ਅੱਜ 4:30 ਵਜੇ ਦਾ ਵਾਕਿਆ ਸੀ। ਚੌਕ ਦੇ ਵਿੱਚ ਰਿਕਸ਼ਾ ਠੀਕ ਕਰ ਰਹੇ ਸੀ ਦੋਸਤ ਦਾ, ਤੇ ਇੱਕ ਬਜ਼ੁਰਗ ਸਾਡੇ ਕੋਲ ਆਏ। ਉਹਨਾਂ ਦੀ ਕਮੋ ਪੇਸ਼ਤਰ ਉਮਰ 80 ਤੋਂ 90 ਸਾਲ ਹੋਣੀ ਆ, ਸਿਹਤ ਇੰਤਹਾਈ ਕਮਜ਼ੋਰ। ਉਹਨਾਂ ਨੇ ਆਣ ਕੇ ਮੇਰੇ ਕੋਲੋਂ ਐਡਰੈਸ ਪੁੱਛਿਆ। ਮੈਨੂੰ ਭੁਲੇਖਾ ਲੱਗ ਗਿਆ, ਮੇਰੇ ਕੰਨਾਂ ਨੂੰ ਧੋਖਾ ਖਾ ਗਏ ਮੇਰੇ ਕੰਨ। ਮੈਂ ਕਿਹਾ ਸ਼ਾਇਦ ਸਦਾ ਕੀਤੀ ਆ। ਸਵਾਲ ਕੀਤਾ, ਮੈਂ ਜੇਬ ਦੇ ਵਿੱਚੋਂ ਕੁਝ ਕੱਢਿਆ। ਮੈਂ ਕਿਹਾ ਆਲੋ ਬਜ਼ੁਰਗੋ। ਕਹਿੰਦੇ ਪੁੱਤਰ ਮੈਂ ਮੰਗਣ ਵਾਲਾ ਨਹੀਂ, ਮੈਂ ਤੇਰੇ ਕੋਲ ਐਡਰੈਸ ਪੁੱਛਿਆ ਵਾ। ਮੈਂ ਕਿਹਾ ਬਜ਼ੁਰਗੋ ਮੈਂ ਮਾਜ਼ਰਤ ਚਾਹੁੰਦਾ ਵਾਂ, ਮੈਨੂੰ ਮਾਫ ਕਰ ਦਿਓ, ਮੇਰੇ ਕੋਲ ਗਲਤੀ ਹੋ ਗਈ। ਉਹਨਾਂ ਕਿਹਾ ਕੋਈ ਗੱਲ ਨਹੀਂ। ਮੈਂ ਉਹਨਾਂ ਨੂੰ ਐਡਰੈਸ ਸਮਝਾਇਆ, ਥੋੜਾ ਜਿਹਾ ਚੱਲੇ ਤੇ ਮੈਂ ਆਵਾਜ਼ ਦਿੱਤੀ। ਮੈਂ ਕਿਹਾ ਬਜ਼ੁਰਗੋ ਚਾਹ ਪੀਣੀ ਹੋਵੇ ਜਾਂ ਪਾਣੀ ਪੀਣਾ ਹੋਵੇ। ਕਹਿੰਦੇ ਪੁੱਤਰ ਚਾਹ ਦੀ ਤਲਬ ਨਹੀਂ, ਅਗਰ ਪਾਣੀ ਠੰਡਾ ਪਿਲਾ ਦੇਵੇਂ ਤੇ ਕਿਆ ਬਾਤ ਆ। ਮੈਂ ਬੱਚੇ ਨੂੰ ਘਲਾਇਆ ਨਾਲ। ਮੈਂ ਕਿਹਾ ਜਾ ਯਾਰ ਸਾਹਮਣੇ ਪਾਣੀ ਲੈ ਕੇ ਆ ਦੁਕਾਨ ਤੋਂ। ਅਸੀਂ ਪਾਣੀ ਲਿਆਂਦਾ, ਪੀਤਾ। ਪੀ ਕੇ ਅਸੀਂ ਉਹਨਾਂ ਦਾ ਹਾਲੋ ਅਹਿਵਾਲ ਪੁੱਛਿਆ ਕਿ ਬਜ਼ੁਰਗੋ ਇਸ ਉਮਰ ਦੇ ਵਿੱਚ ਤੁਹਾਨੂੰ ਕਿਹੜੀ ਮਜਬੂਰੀ ਬਣ ਗਈ ਆ ਕੰਮ ਕਰਨ ਦੀ। ਜਿਸ ਟਾਈਮ ਉਹਨਾਂ ਨੇ ਆਪਣੀ ਆਪ ਬੀਤੀ ਸੁਣਾਈ ਤੇ ਤਿੰਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ। ਇੱਕ ਉਹਨਾਂ ਦੀ ਬੱਚੀ ਸੀ, ਉਹ ਵੀ ਚੰਦ ਸਾਲ ਪਹਿਲੇ ਫੌਤ ਹੋ ਗਈ। ਕਹਿੰਦੇ ਪੁੱਤਰ ਮੈਂ ਤੁਹਾਨੂੰ ਇੱਕ ਨਸੀਹਤ ਕਰਨੀ ਆ। ਮੈਂ ਕਿਹਾ ਬਜ਼ੁਰਗੋ ਕਰੋ। ਕਹਿੰਦੇ ਪੁੱਤਰ ਜਿੱਡਾ ਮਰਜ਼ੀ ਤਗੜਾ ਰਿਸ਼ਤੇਦਾਰ ਹੋਵੇ ਤੁਹਾਡਾ, ਅਗਰ ਤੁਸੀਂ ਗਰੀਬ ਜੋ, ਤੁਸੀਂ ਉਸ ਰਿਸ਼ਤੇਦਾਰ ਵੱਲ ਨਹੀਂ ਜਾਣਾ। ਮੈਂ ਕਿਹਾ ਬਾਬਾ ਜੀ ਕਿਉਂ? ਕਹਿੰਦਾ ਪੁੱਤਰ ਜ਼ਿੰਦਗੀ ਦਾ ਤਜਰਬਾ ਦੱਸ ਰਿਹਾ ਵਾ, ਤੁਸੀਂ ਵੀ ਅਜ਼ਮਾ ਕੇ ਵੇਖ ਲੈਣਾ। ਮੈਂ ਕਿਹਾ ਬੋਲੋ ਬਜ਼ੁਰਗੋ। ਕਹਿੰਦਾ ਜਿਸ ਟਾਈਮ ਤੁਸੀਂ ਤਗੜੇ ਰਿਸ਼ਤੇਦਾਰ ਵੱਲ ਜਾਓਗੇ ਨਾ, ਉਹਨੂੰ ਪਰੇਸ਼ਾਨੀ ਲੱਗ ਜਾਏਗੀ, ਉਹ ਘਬਰਾਹਟ ਦਾ ਸ਼ਿਕਾਰ ਹੋ ਜਾਏਗਾ ਕਿ ਯਾਰ ਅੱਜ ਮਾੜਾ ਬੰਦਾ ਬੂਹੇ ਤੇ ਆਇਆ, ਕਿਤੇ ਮੇਰੇ ਕੋਲ ਪੈਸੇ ਨਾ ਮੰਗ ਲਵੇ, ਕਿਤੇ ਜੁੱਤੀ ਕੱਪੜੇ ਦੀ ਮੈਨੂੰ ਫਟੀਕ ਨਾ ਪਾ ਦੇਵੇ। ਉਹ ਤਰ੍ਹਾਂ ਦੀਆਂ ਬਾਤਾਂ ਸੁਣਾਉਣ ਲੱਗ ਪਏਗਾ ਕਿ ਮੈਨੂੰ ਕਾਰੋਬਾਰ ਦੇ ਵਿੱਚ ਨੁਕਸਾਨ ਹੋ ਗਿਆ, ਮੈਨੂੰ ਇਸ ਤਰ੍ਹਾਂ ਹੋ ਗਿਆ, 4 ਲੱਖ ਰੁਪਈਆ ਫਲਾਂ ਕੋ ਪੇਮੈਂਟ ਲੈਣੀ ਸੀ, ਉਹ ਨਹੀਂ ਮੇਰੀ ਨਿਕਲਣ ਡਈ। ਉਹਨੇ ਕਿਹਾ ਗੱਲ ਇਹ ਆ ਬੱਚਾ, ਕਿਸੇ ਬਾਹਰ ਦੇ ਕੋਲੋਂ ਹੱਥ ਫਲਾ ਕੇ ਮੰਗ ਲੈਣਾ ਵਾ, ਕਰਜ਼ ਚੁੱਕ ਲੈਣਾ, ਕੋਈ ਘਰ ਚੀਜ਼ ਹੋਵੇ ਉਹ ਵੇਚ ਲੈਣੀ ਆ। ਕਿਸੇ ਤਗੜੇ ਭੈਣ ਭਰਾ ਦੇ ਕੋਲ ਨਹੀਂ ਜਾਣਾ, ਉਹਨੂੰ ਸਲਾਮ ਕਰਨ ਵੀ ਨਹੀਂ ਜਾਣਾ, ਤਾਂ ਕਿ ਉਹਦੇ ਦਿਲ ਦੇ ਵਿੱਚ ਮਾੜਾ ਵੇਖ ਕੇ ਉਹ ਪਰੇਸ਼ਾਨ ਨਾ ਹੋ ਜਾਵੇ। ਜਦੋਂ ਵੀ ਮਿਲਣਾ ਵਾ ਆਪਣੇ ਤੋਂ ਮਾੜੇ ਨੂੰ ਹੀ ਮਿਲਣਾ ਵਾ।